ਕੀਤੀ ਉਹ ਸਾਰੀ ਵਿਰਾਗ ਦੇ ਵਿੱਚ ਹੀ ਉਚਾਰਨ ਕੀਤੀ। ਇਸ ਕਰਕੇ ਮਹਾਰਾਜ ਨੇ ਆਪਾਂ ਨੂੰ ਇਹ ਜਿਹੜੇ ਪੰਜ ਨੇ, ਪੰਜ ਤੱਤਾਂ ਤੋਂ ਸਭ ਤੋਂ ਜਦੋਂ ਪਹਿਲਾਂ ਸ੍ਰਿਸ਼ਟੀ ਦੀ ਰਚਨਾ ਹੋਈ ਪਰਮੇਸ਼ਰ ਜੀ ਦੇ ਸੰਕਲਪ ਨਾਲ। ਪਰਮੇਸ਼ਰ ਆਪ ਇਕੱਲੇ ਨੇ, ਨਿਰਗੁਣ ਸਰੂਪ ਆ ਉਹਨਾਂ ਦਾ। ਜਦੋਂ ਕਦੇ ਸੰਕਲਪ ਹੋ ਜਾਂਦਾ ਉਹਨਾਂ ਦਾ ਬਈ ਹੁਣ ਇੱਕ ਤੋਂ ਬਹੁਤੇ ਰੂਪ ਹੋਣਾ ਹੈ, ਉਸ ਵਕਤ ਜਦੋਂ ਉਹ ਸੰਕਲਪ ਦਾ ਨਾਮ ਹੀ ਮਾਇਆ, ਉਸ ਵਕਤ ਪਰਮੇਸ਼ਰ ਜੀ ਦੀ ਮਾਇਆ ਜਦੋਂ ਰਚੀ ਜਾਂਦੀ ਹੈ ਤਾਂ ਮਾਇਆ ਤਿੰਨ ਗੁਣ ਰਚਦੀ ਹੈ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਸ਼ੁੱਧ ਸਤੋ ਗੁਣ ਹੁੰਦਾ 100% ਸ਼ੁੱਧ ਸਤੋ ਗੁਣ ਵਿੱਚ ਜਦੋਂ ਮਾਇਆ ਲੀਨ ਹੁੰਦੀ ਹੈ ਤੇ ਇਹਦੇ ਦੋਨਾਂ ਵਿੱਚ ਪਰਮੇਸ਼ਰ ਦੀ ਜੋਤ ਪੈਂਦੀ ਹੈ। ਇਹ ਉਸ ਵਕਤ ਕਿਰਿਆਸ਼ੀਲ ਹੋ ਜਾਂਦੀ ਹੈ। ਉਹਨੂੰ ਕਹਿੰਦੇ ਨੇ ਈਸ਼ਰ ਜਾਂ ਸ਼ਿਵ ਸਖਤ ਆਪ ਉਪਾਇਕ ਹੈ, ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਏ ਮੁਕਤ ਸ਼ਬਦ ਮਨ ਵਸਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਬ ਸ਼ਿਵ ਸ਼ਕਤ ਕਹੋ ਕਹਾਂ। ਜਦੋਂ ਸ਼ਿਵ ਸ਼ਕਤੀ ਉਦੋਂ ਕਿੱਥੇ ਹੁੰਦੇ ਨੇ? ਉਹ ਸ਼ਿਵ ਕਲਿਆਣ ਸਰੂਪ ਪਰਮੇਸ਼ਰ ਦਾ, ਉਹ ਸ਼ਿਵ ਨਹੀਂ, ਸ਼ਿਵ ਜੀ ਦੀ ਮੈਂ ਗੱਲ ਨਹੀਂ ਕਰ। ਸ਼ਿਵ ਇਹ ਜਿਹੜਾ ਹੈ ਸ਼ਿਵ ਅੱਖਰ ਕਲਿਆਣ ਸਰੂਪ ਪਰਮੇਸ਼ਰ ਲਈ ਵਰਤਿਆ ਜਦੋਂ ਮਾਇਆ ਸੰਯੁਕਤ ਹੋ ਜਾਂਦਾ। ਸਿਰਫ ਨਿਰਗੁਣ ਤਾਂ ਇਕੱਲਾ ਹੀ ਹੈ ਬਸ। ਨਿਰਗੁਣ ਨੇ ਜਦੋਂ ਦਰਸ਼ਨ ਦੇਣੇ ਆਪਾਂ ਨੂੰ, ਗੁਰੂ ਨਾਨਕ ਰੂਪ ਹੋ ਕੇ ਆਏ ਨੇ, ਉਦੋਂ ਉਹ ਮਾਇਆ ਦੀ ਅੰਸ਼ ਨੂੰ ਗ੍ਰਹਿਣ ਕਰਕੇ ਹੀ ਨਜ਼ਰ ਆਉਂਦੇ। ਹਵਾ ਚੱਲਦੀ ਉਹ ਕਿੰਨੀ, ਹਵਾ ਇੱਥੇ ਤਾਂ ਸਾਫ਼ ਹੀ ਬੜੀ, ਪਤਾ ਹੀ ਨਹੀਂ ਲੱਗਦਾ ਵੀ ਹਵਾ ਚਲਦੀ ਕਿ ਨਹੀਂ ਚਲਦੀ, ਪਰ ਪਤਾ ਲੱਗਦਾ ਉਹਦੇ ਜੋ ਦਰਖਤ ਹਿਲਦੇ ਨੇ। ਧੂਏ ਤੋਂ ਅੰਦਾਜ਼ਾ ਲਾਉਣੇ ਹਵਾ ਕਿੱਧਰ ਨੂੰ ਜਾ ਰਹੀ। ਇਹਨੂੰ ਕਹਿੰਦੇ ਸਰਗੁਣ ਰੂਪ ਧਾਰਨਾ ਹਵਾ ਨੇ। ਉਹ ਕਈਆਂ ਨੂੰ ਭੁਲੇਖਾ ਲੱਗ ਜਾਂਦਾ ਕਈ ਚੀਜ਼ਾਂ ਦਾ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਪਹਿਲਾਂ, ਇੱਕ ਓੰਕਾਰ, ਉੱਥੇ ਸ਼੍ਰੀ ਨਹੀਂ ਲਿਖਿਆ ਹੋਇਆ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਉਹ ਨਿਰਗੁਣ ਹੈ। ਫਿਰ ਜਦੋਂ ਉਹਨੇ ਮਾਇਆ ਦੀ ਰਚਨਾ ਕੀਤੀ ਤਾਂ ਸ੍ਰੀ ਭਗਉਤੀ ਜੀ ਸਹਾਇ, ਉਹ ਮਾਇਆ ਹੈ। ਤੇ ਫਿਰ ਉਹ ਇਸ ਤੋਂ ਬਾਅਦ ਤਾਈਓ ਲਿਖਿਆ ਨਾ, ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ। ਹੁਣ ਲਿਖਦੇ ਨੇ ਪ੍ਰਥਮ ਭਗਉਤੀ ਸਿਮਰ ਕਹਿ, ਕਿਉਂ? ਗੁਰੂ ਨਾਨਕ ਲਈ ਤੇ ਆਏ। ਪਰਮੇਸ਼ਰ ਅਤੇ ਉਹਦੀ ਸ਼ਕਤੀ ਜਿਹੜੀ ਮਾਇਆ ਹੈ, ਇਹ ਦੋਨਾਂ ਦਾ ਸਦਕਾ ਹੀ ਸੰਸਾਰ ਦਿਖਦਾ। ਜਦੋਂ ਉਹਨੇ ਸੰਸਾਰ ਦੀ ਰਚਨਾ ਕਰਨੀ ਹੁੰਦੀ ਤਾਂ ਦੋ ਰੂਪ ਕਰਦਾ ਹੈ। ਜਿਵੇਂ ਇੱਕ ਸਿੱਕਾ ਹੈ ਤਾਂ ਉਹਦੇ ਦੋਨੋਂ ਰੂਪ ਹੁੰਦੇ ਨੇ, ਇੱਕ ਇਧਰਲਾ ਪਾਸਾ, ਇੱਕ ਉਧਰਲਾ ਪਾਸਾ। ਮਹਾਰਾਜ ਨੇ ਬਹੁਤ ਸਮਝਾਇਆ ਆਪਾਂ ਨੂੰ ਕਿ ਸਰਗੁਣ, ਨਿਰਗੁਣ, ਨਿਰੰਕਾਰ, ਸੁਨ ਸਮਾਧੀ ਆਪ। ਸਰਗੁਣ ਨਿਰਗੁਣ ਆਪ, ਸਰਗੁਣ ਵੀ ਉਹੀ। ਹੁਣ ਉੱਥੇ ਕੀ ਕਹਿੰਦੇ? ਕਲਾ ਧਾਰ, ਇਹ ਮਾਇਆ ਦੀ ਕਲਾ। ਜਿਨ ਸਗਲੀ ਮੋਹੀ, ਉਹ ਆਪਾਂ ਨੂੰ ਉਹ ਆਪ ਤੇ ਦਿਖਦਾ ਨਹੀਂ, ਇਸ ਕਰਕੇ ਆਪਾਂ ਉਹਦੇ ਵੱਲ ਮੋਹੇ ਨਹੀਂ ਜਾਂਦੇ, ਖਿੱਚ ਨਹੀਂ ਪੈਂਦੀ ਆਪਾਂ ਨੂੰ। ਤਾਂ ਤੁਸੀਂ ਦੇਖੋ ਦੁਨੀਆ ਦੀਆਂ ਚੀਜ਼ਾਂ ਸਾਰੀਆਂ ਸੋਹਣੀਆਂ 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 ਚੀਜ਼ਾਂ ਪਈਆਂ, ਖਾਣ ਵਾਲੀਆਂ, ਪਹਿਨਣ ਵਾਲੀਆਂ, ਹੋਰ ਪਦਾਰਥ ਅਟਰੈਕਟਿਵ ਕਿੰਨੀਆਂ, ਪੈਸੇ ਪਏ ਦਿਖਦੇ, ਹੁਣ ਖਿੱਚਦਾ, ਮਨ ਨੂੰ ਖਿੱਚਦੀ ਮਾਇਆ। ਸੋਹਣਾ ਕੱਪੜਾ ਹੈ, ਮਠਿਆਈਆਂ ਨੇ, ਸੋਨਾ ਹੈ, ਚਾਂਦੀ ਹੈ, ਹੀਰੇ ਹੈ, ਸੋਹਣੀ ਕਾਰ, ਸੋਹਣੀ ਘੜੀ, ਸੋਹਣਾ ਮੋਬਾਈਲ, ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਖਿੱਚਦੀਆਂ ਕਿਉਂਕਿ ਦਿਖਦੀਆਂ। ਸਾਰੀ ਦੁਨੀਆ ਦੇ ਵਿੱਚ ਆਪਾਂ ਚੱਕਰ ਲਾਉਣ, ਬੜਾ ਸੋਹਣਾ ਆਸਟ੍ਰੇਲੀਆ, ਬੜਾ ਸੋਹਣਾ ਬਈ ਤੁਹਾਡਾ, ਸਾਫ ਸੁਥਰਾ, ਬੜੀਆਂ ਸੋਹਣੀਆਂ ਸੋਹਣੀਆਂ ਥਾਵਾਂ ਨੇ। ਦੁਨੀਆ ਦੇਖਦੀ ਹੈ, ਤਾਰੇ ਦੇਖਦੇ ਰਾਤ ਨੂੰ ਬੜੇ ਸੋਹਣੇ ਲੱਗਦੇ, ਚੰਦਰਮਾ ਹੈ, ਜੋ ਮਰਜ਼ੀ ਦੇਖੀ ਜਾਓ। ਪਰ ਜਿੱਦਣ ਮੋਹਣ ਨੂੰ ਦੇਖ ਲਿਆ ਨਾ, ਮੋਹਣੀ ਵੱਲੋਂ ਮਨ ਮੁੜ ਜਾਣਾ ਉਦੋਂ। ਇਹ ਮੋਹਣੀ ਹੈ ਮਾਇਆ, ਉਹ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਜਿੱਦਣ ਮੋਹਣ ਦੇ ਦਰਸ਼ਨ ਹੋ ਗਏ ਤਾਂ ਇੰਨਾ ਸੋਹਣਾ ਹੈ ਕਿ ਮੋਹਣੀ ਤਾਂ ਭੁੱਲ ਹੀ ਜਾਣੀ ਆਪਾਂ ਨੂੰ, ਮਾਇਆ ਖਤਮ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਦਾ ਮੋਹ ਜਿਹੜਾ ਹੈ, ਇਹ ਉਹਨੇ ਆਪ ਹੀ ਇਹਦੇ ਵਿੱਚ ਕਲਾ ਭਰ ਕੇ ਨੂੰ ਪ੍ਰਬਲ ਕਰ ਦਿੱਤਾ। ਬੰਦਗੀ ਨਾਮਾ ਲਿਖਿਆ ਪੁਸਤਕ ਰਘਬੀਰ ਸਿੰਘ ਵੀਰ ਨੇ,
ਅਰਦਾਸ ਸ਼ਕਤੀ ਬੜੀਆਂ ਪੁਸਤਕਾਂ ਉਹਨਾਂ ਲਿਖੀਆਂ, ਬੜੀਆਂ ਸੋਹਣੀਆਂ ਨੇ। ਭਾਈ ਵੀਰ ਸਿੰਘ ਦੀਆਂ ਪੁਸਤਕਾਂ ਵੀ ਪੜ੍ਹਿਓ, ਉਹਨਾਂ 'ਚ ਕਾਫੀ ਨੌਲੇਜ ਹੈ। ਸੂਰਜ ਪ੍ਰਕਾਸ਼ ਦੇ ਵਿੱਚ, ਜੇ ਸੂਰਜ ਪ੍ਰਕਾਸ਼ ਦੇ ਥੱਲੇ ਜਿਹੜਾ ਕੁਝ ਟਿੱਪਣੀਆਂ ਕੀਤੀਆਂ, ਉਹ ਭਾਈ ਵੀਰ ਸਿੰਘ ਨੇ ਕੀਤੀਆਂ ਨੇ। ਉਹ ਗ੍ਰੰਥ ਤੁਸੀਂ ਕਦੇ ਟੱਚ ਨਹੀਂ ਕੀਤੇ। ਜੇ ਹੁਣ ਅਜੀਤ ਸਿੰਘ ਔਲਖ ਵਾਲਾ ਪੜ੍ਹੋਗੇ, ਉਹਦੇ 'ਚ ਉਹ ਟਿੱਪਣੀਆਂ ਆਉਣੀਆਂ ਨਹੀਂ ਹੈ। ਮੈਂ ਉਹ ਸਾਰੀਆਂ ਟਿੱਪਣੀਆਂ ਪੜ੍ਹੀਆਂ, ਨਾਲ ਪੜ੍ਹ ਕੇ ਸੰਗਤ ਨੂੰ ਸੁਣਾਉਣਾ। ਜਿੱਥੋਂ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਸਪੇਨ ਦੀ ਗੱਲ, ਵੀ ਉੱਥੇ ਥੜਾ ਉਹ ਭਾਈ ਵੀਰ ਸਿੰਘ ਨੇ ਲਿਖਿਆ ਹੋਇਆ। ਜਿੱਥੇ ਟਾਹਲੀ ਆ, ਉਹ ਮੰਡਿਆਣੀ ਪਿੰਡ ਅੰਮ੍ਰਿਤਸਰ ਡਿਸਟ੍ਰਿਕਟ 'ਚ ਮਰਵਾਹੀ, ਮਾਤਾ ਮਰਵਾਹੀ ਨਾਲ 6ਵੇਂ ਪਾਤਸ਼ਾਹ ਦੀ ਤੀਜੀ ਸ਼ਾਦੀ ਹੋਈ ਸੀ ਜਦ। ਕਿਉਂ ਅਸੀਂ ਸਾਰਾ ਇਤਿਹਾਸ ਪੜ੍ਹਿਆ, ਦੇਖਿਆ, ਸੁਣਿਆ, ਹਰ ਚੀਜ਼ ਨੂੰ ਵਾਚਿਆ, ਤਾਂ ਮੂੰਹ ਚੋਂ ਗੱਲ ਕੱਢਣੀ ਨਹੀਂ। ਗਲਤ ਗਾਈਡ ਨਾ ਕਰਨਾ ਆਪਾਂ ਤੁਹਾਨੂੰ, ਇਹ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮੋਹ ਨਹੀਂ, ਮੋਹ ਲੈਣ ਵਾਲੀ ਹੈ ਮਾਇਆ। ਪਰਮੇਸ਼ਰ ਕੀ ਹੈ? ਮੋਹ ਹਨ। ਹਨ ਹੁੰਦਾ ਨਾਸ਼ ਕਰਨਾ। ਮੋਹ ਨੂੰ ਇਹ ਨਾਸ਼ ਕਰਦਾ, ਉਹ ਪੈਦਾ ਕਰਦੀ ਹੈ। ਜਿਉਂ ਆਪਾਂ ਤਾਈਓ ਆਪਾਂ ਨੂੰ ਜਦੋਂ ਕੋਈ ਕਹਿੰਦੇ ਜੇ ਤਾਂ ਪੈਸੇ ਗਿਣਨ ਲਾ ਦੋ ਨਾ, ਫੇਰ ਨਹੀਂ ਨੀਂਦ ਆਉਂਦੀ ਹੈ। ਟੀਵੀ ਦੇਖੋ, ਨੀਂਦ ਨਹੀਂ ਆਉਂਦੀ। ਖਾ ਲਓ, ਨੀਂਦ ਨਹੀਂ ਆਉਂਦੀ। ਕੋਈ ਦੁਨਿਆਵੀ ਕੰਮ ਕਰੋ, ਨੀਂਦ ਨਹੀਂ ਆਉਂਦੀ। ਪਰ ਪੋਥੀ ਹੱਥ 'ਚ ਫੜੋ ਤਾਂ ਨੀਂਦ ਕਿਉਂ ਆਉਂਦੀ ਹੈ? ਕਿਉਂਕਿ ਉਹ ਮੋਹ ਨੂੰ ਹਨ ਕਰਦਾ ਹੈ। ਇਧਰ ਨੂੰ ਮਨ ਖਿੱਚਿਆ ਨਹੀਂ ਜਾਂਦਾ ਆਪਣਾ, ਬਾਣੀ ਵੱਲ ਨੂੰ, ਬੈਠਣ ਵੱਲ ਨੂੰ। ਪਰ ਵਾਸਤਵ ਦੇ ਵਿੱਚ ਮੋਹ ਨੂੰ ਨਾਸ਼ ਕਰਨਾ ਹੀ ਮੋਹਣ ਦਾ ਕੰਮ ਹੈ। ਮਹਾਰਾਜ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੀ ਰਚਨਾ ਕਰਦੇ ਨੇ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨਾਂ ਕੀਤੀ ਜਿਨ ਠਗੌਲੀ ਪਾਈ ਆ। ਠਗੌਲੀ ਹੁੰਦੀ ਕਿ ਠੱਗ ਬੂਟੀ ਪਹਿਲਾਂ ਪੁਰਾਣੇ ਸਮਿਆਂ 'ਚ ਹੁੰਦੀ ਸੀ। ਉਹ ਐ ਹੱਥ ਤੇ ਲੈ ਕੇ ਮੜੀ ਜਾਣੀ, ਕਾਫੀ ਮਲ ਲੈਣੀ ਉਹ, ਤੇ ਐ ਖੜੇ ਰਹਿਣਾ, ਗੱਲਾਂ ਕਰੀ ਜਾਣੀਆਂ ਜੰਗਲਾਂ 'ਚ ਬੰਦਿਆਂ ਨਾਲ। ਮਾੜਾ ਜਿਹਾ ਬਸ ਆਈ ਰੱਖਣਾ, ਉਹ ਜਦੇ ਹੀ ਬੇਹੋਸ਼ ਹੋ ਜਾਂਦਾ ਸੀ, ਫਿਰ ਲੁੱਟ ਲੈਂਦੇ ਸੀ। ਜਾਂ ਕਿਸੇ ਨੇ ਕਹਿਣਾ ਸੀ ਤੁਹਾਡੇ ਘਰ ਰਾਤ ਕੱਟਣੀ ਹੈ, ਉਹਨਾਂ ਨੇ ਕੀ ਕਰਨਾ, ਦਰੀ ਦੇ ਉੱਤੇ ਉਹ ਸਾਰੇ ਠੱਗ ਬੂਟੀ ਮਾਰ ਕੇ ਉੱਤੇ ਚਿੱਟੀ ਚਾਦਰ ਵਿਛਾ ਦੇਣੀ। ਹੁਣ ਥੱਕਿਆ ਟੁੱਟਿਆ ਕੋਈ ਰਾਹੀ ਬੰਦ ਹੀ ਆਇਆ, ਸਮਾਨ ਸਮੂਹ ਰੱਖਿਆ, ਉਹ 10 ਮਿੰਟ ਬਾਅਦ ਬਸ ਸਵੇਰੇ ਜਾ ਕੇ ਫਿਰ ਜਾਗ ਆਉਂਦੀ, ਸਾਰਾ ਸਮਾਨ ਲੁੱਟ ਲੈਣਾ ਉਹਦਾ। ਇਹਨੂੰ ਕਹਿੰਦੇ ਠੱਗ ਬੂਟੀ। ਮਾਇਆ ਤਾਂ ਮੋਹਣੀ ਤਿੰਨਾਂ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਸਿੱਟੋ ਜਿਨ ਮੋਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕੇ ਨਾ ਪਾਇਆ। ਮਹਾਰਾਜ ਕਰੇ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿਨੀ ਵਿੱਚੇ ਮਾਇਆ ਪਾਇਆ। ਰਾਜਾ ਜਨਕ ਮਾਇਆ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਲੇਪ ਰਹੇ ਨੇ। ਗੁਰਸਿੱਖ ਵੀ ਬਹੁਤ ਉੱਚੀ ਚੜ੍ਹਦੀ ਕਲਾ ਦੇ ਮਾਇਆ ਵਿੱਚ ਰਹਿ ਕੇ ਵੀ ਨਿਰਲੇਪ ਰਹਿੰਦੇ ਨੇ। ਮਹਾਰਾਜ ਕਹਿੰਦੇ ਨੇ ਜਿਹੜਾ ਹੰਕਾਰ ਕਰਨਾ ਹੈ, ਹੰਕਾਰ ਹੁੰਦਾ ਮੈਂ ਕੀਤਾ ਹੈ, ਮੈਂ ਅੰਦਰ ਵੀ ਮੈਂ, ਬਾਹਰ ਵੀ ਮੈਂ, ਸਰੀਰ ਵਿੱਚ ਵੀ ਮੈਂ। ਪਰ ਇੱਕ ਹੁੰਦਾ ਸ਼ੁੱਧ ਹੰਕਾਰ। ਸ਼ੁੱਧ ਹੰਕਾਰ ਕੀ ਹੈ ਕਿ ਅਸੀਂ ਬਾਜਾਂ ਵਾਲੇ ਦੇ ਪੁੱਤਰ ਹਾਂ ਬਈ, ਇਹ ਸ਼ੁੱਧ ਹੰਕਾਰ ਹੈ। ਅਸੀਂ ਗੁਰੂ ਨਾਨਕ ਦੇ ਸਿੱਖ, ਇਹ ਸ਼ੁੱਧ ਹੰਕਾਰ, ਇਹ ਸਹੀ ਗੱਲ ਹੈ। ਪਰ ਜਦੋਂ ਕਿ ਸੱਤਾ ਮਹਾਰਾਜ ਤੋਂ ਲੈਂਦੇ ਆ, ਕੰਮ ਕਰਦੇ ਆ ਤੇ ਕਹਿੰਦੇ ਮੈਂ ਕੀਤਾ ਹੈ, ਉਹਨੂੰ ਕੱਟ ਦਿੱਤਾ ਵਿੱਚੋਂ, ਜਿਹਦੀ ਕਿਰਪਾ ਨਾਲ ਹੋ ਰਿਹਾ। ਸਤਿਗੁਰੂ ਕਹਿੰਦੇ ਮੈਨੂੰ ਇਸੇ ਕਰਕੇ ਨਹੀਂ ਤੁਸੀਂ ਚੰਗੇ ਲੱਗਦੇ ਕਈ ਜਾਣੇ। ਜਦੋਂ ਤੁਸੀਂ ਅਰਦਾਸ ਕਰਦੇ ਹੋ ਮੇਰੇ ਕੋਲੇ, ਜਦੋਂ ਫਿਰ ਗੱਲ ਪੂਰੀ ਹੋ ਜਾਂਦੀ ਹੈ, ਪਹਿਲਾਂ ਤਾਂ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਕਰੋ। ਜਦੋਂ ਕੰਮ ਹੋ ਗਿਆ ਫਿਰ ਇਧਰ ਨੂੰ ਪਿੱਠ ਕਰਕੇ ਕਹਿੰਦੇ ਸਾਧ ਸੰਗਤ ਜੀ ਇਹ ਦਾਸ ਨੇ ਕੀਤਾ। ਮੈਂ ਹੁਣ ਭਾਵੇਂ ਦਾਸ ਵੀ ਕਹੀ ਜਾਓ, ਮੈਂ ਕਿੱਥੋਂ ਆ ਗਿਆ ਇੱਥੇ। ਗੁਰੂ ਦੀ ਵਡਿਆਈ ਵੱਡੀ ਹੁੰਦੀ। ਮਹਾਰਾਜ ਕਹਿੰਦੇ ਗੁਰੂ ਦੀ ਵਡਿਆਈ ਵੱਡੀ ਕਰੋ। ਮਹਾਰਾਜ ਨੇ ਕੀਤਾ ਹੈ, ਇਹ ਮਹਾਰਾਜ ਦੀ ਕਿਰਪਾ ਹੈ, ਗੁਰੂ ਸਾਹਿਬ ਨੇ ਕੀਤਾ। ਤਾਂ ਤੇ ਆਪਾਂ ਜਾਣ ਜਿੰਨੇ ਵੀ ਬੈਠੇ ਆ, ਇਹ ਸਰੀਰ ਪੰਜਾਂ ਤੱਤਾਂ ਦਾ ਇੱਕ ਇਕੱਠਾ ਕੀਤਾ ਹੋਇਆ ਪੇੜਾ ਜਿਹਾ ਹੀ ਹੈ ਬਸ। ਮਹਾਰਾਜ ਬਾਣੀ 'ਚ ਕਹਿੰਦੇ ਕਾਚੇ ਭਾਂਡੇ ਸਾਜ ਨਿਵਾਜੇ। ਨਿਵਾਜੇ ਕਿਵੇਂ? ਅੰਤਰ ਜੋਤ ਸਮਾਈ, ਜੈਸਾ ਲਿਖਤ ਲਿਖਿਆ ਤੁਰ ਕਰਤੇ, ਹਮ ਤੈਸੀ ਕਿਰਤ ਕਮਾਈ। ਮਹਾਰਾਜ ਨੇ ਸਾਡੇ ਅੰਦਰ ਜੋਤ ਰੱਖੀ ਹੋਈ ਹੈ, ਤੇ ਉਹ ਜੋਤ
ਕਰਕੇ ਹੀ ਸਾਡੀ ਸਾਰੀ ਬੁੱਧੀ, ਸਰੀਰ, ਅੱਖਾਂ, ਸਾਰਾ ਸਿਸਟਮ ਚੱਲ ਪੈਂਦਾ। ਜੋਤ ਕਰਕੇ ਆਪਾਂ ਤੁਰੇ ਫਿਰਦੇ ਆਂ। ਇਸਤਰੀ ਵਿੱਚ ਪਾਤੀ, ਮੈਂ ਜਾਊਂਗੀ, ਮੈਂ ਉੱਥੇ ਐ ਕਰੂੰਗੀ, ਉਹ ਜਿਹੜਾ ਜਿਹਾ ਸਰੀਰ ਮਿਲਿਆ ਉਦਾਂ ਬੋਲਦੀ। ਬੰਦਾ ਕਹਿੰਦਾ ਮੈਂ ਕਰੂੰਗਾ, ਮੈਂ ਜਾਊਂਗਾ। ਬੱਕਰੀ ਚ ਪਾਤੀ, ਉਹ ਮੈਂ ਕਰਦੀ। ਪੰਛੀ ਚੀਂ ਕਰਦੇ ਨੇ ਜਿਹੀ ਜੀ। ਇਹ ਤਾਂ ਮੰਨ ਲਓ ਜਿਵੇਂ ਨਾ ਨਿਆਣਿਆਂ ਦੇ ਖਿਡੌਣਿਆਂ ਦੀ ਦੁਕਾਨ ਭਰੀ ਹੁੰਦੀ, ਚੱਲਦੇ ਸਾਰੇ ਸੈੱਲ ਤੇ ਹੀ ਆ। ਬਾਂਦਰ ਸੈੱਲ ਪਾ ਦੋ, ਟਪੂਸੀਆਂ ਮਾਰ ਲੱਗ ਜਾਂਦਾ, ਕੱਢ ਲਓ ਤਾਂ ਕੁਝ ਵੀ ਨਹੀਂ। ਤੋਤੇ ਚ ਪਾ ਦੋ, ਚੀਂ ਕਰਨਾ ਸ਼ੁਰੂ ਕਰ ਦਿੰਦਾ, ਖਿਡੌਣੇ ਭੱਜਣ ਲੱਗ ਜਾਂਦੇ ਨੇ। ਮਾਟੀ ਕੋ ਪੁੱਤਰਾ कैसे नचता है, देखा देखा सुना बोला, दौड़ो फिरता है, जब कछ पावत तब गर्भ करता है। उदों बड़ा फुल के बैठदा, माया गई तब रोवन लगता है। फिर इनू कहीदा की हो गया, माया गई, माया नाल मोह सी तेरा, माया गई तब रोवन लगता है। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਾਡਾ ਜਦ ਤੱਕ ਮਨ ਮਾਇਆ ਵਿੱਚ ਜੁੜਿਆ ਹੋਇਆ, ਮਨ ਮਾਇਆ ਮੈਂ ਫੱਦ ਰਹਿਓ, ਬਿਸਰਿਓ ਗੋਬਿੰਦ ਨਾਮ। ਨੌਵੇਂ ਪਾਤਸ਼ਾਹ ਦੀ ਬਾਣੀ ਬਰਾਗ ਲਿਆਉਣਾ ਤਾਂ ਪੜਿਆ ਕਰੋ, ਥੋੜੀ ਥੋੜੀ ਕਰਕੇ, ਥੋੜੀ ਥੋੜੀ ਸਾਧੋ, ਗੋਬਿੰਦ ਕੇ ਗੁਣ ਗਾਓ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਬਰਾਗ ਦੀ ਮੂਰਤੀ ਹਨ ਆਪ, ਤਿਆਗ ਦੀ ਮੂਰਤੀ ਹਨ ਆਪ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤੇ ਸੁਭਾਵ ਨੂੰ ਦੇਖ ਕੇ ਤਿਆਗ ਮੱਲ ਵੀ ਕਹਿੰਦੇ ਸੀ ਛੇਵੇਂ ਪਾਤਸ਼ਾਹ, ਤਿਆਗ ਮੱਲ ਹੀ ਸਾਡਾ ਤਾਂ ਤਿਆਗ ਹੀ ਦਿੱਤਾ ਸਭ ਕੁਝ। ਤਾਂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਕਹਿੰਦੇ ਨੇ ਇਹ ਸਰੀਰ ਜਿੰਨਾ ਵੀ ਆਪਾਂ ਨਜ਼ਰ ਆਉਂਦਾ, ਸਰੀਰ ਖੇਤ ਜੋ ਬੀਜੀ ਆ, ਹੁਣ ਇਹ ਖੇਤ ਵਿੱਚ ਤੁਸੀਂ ਬੀਜਣਾ, ਚੰਗਾ ਮਾੜਾ। ਦੇਖੋ ਪਹਿਲਾਂ ਕੁਝ ਨਹੀਂ ਕਹਿੰਦੇ, ਕੁਝ ਨਹੀਂ ਕਹਿਣਾ ਤੁਹਾਨੂੰ, ਤੁਹਾਡੀ ਮਰਜ਼ੀ, ਚੰਗਾ ਬੀਜੀ ਜਾਓ, ਮਾੜਾ ਬੀਜੀ ਜਾਓ, ਪਰ ਅੰਤ ਖਲੋਆ ਆਏ। ਜਦੋਂ ਉਮਰ 50-60 ਤੋਂ ਗਾਹਾਂ ਗਈ, ਉਦੋਂ ਇਹਨੇ ਸ਼ੁਰੂ ਹੋ ਜਾਣਾ ਹਿਸਾਬ ਕਿਤਾਬ ਨੇ, ਗਲਤੀਆਂ ਫਲਤੀਆਂ ਸਾਰੀਆਂ ਫਿਰ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਣੀਆਂ ਆਪਣੀਆਂ। ਆਹ ਬਿਮਾਰੀ, ਉਹ ਬਿਮਾਰੀ, ਇਹ ਬਿਮਾਰੀ, ਅਧਰੰਗ ਹੋ ਗਿਆ, ਹੁਣ ਇਹਨੂੰ ਬੀਪੀ ਆ, ਫਲਾਨਾ ਟਿਮਕਾ, ਸਾਰਾ ਕੁਝ ਚਿੰਬੜਦਾ ਹੌਲੀ ਹੌਲੀ ਲੱਗ ਜਾਂਦੀਆਂ ਫਿਰ ਸਾਰੀਆਂ ਬਿਮਾਰੀਆਂ। ਸਰੀਰ ਦੇ ਉੱਤੇ ਆਫਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਸਤਿਗੁਰੂ ਕੀ ਕਹਿੰਦੇ ਨੇ, ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਬੁੱਢੇ ਹੋ ਕੇ ਕਹਿੰਦਾ 60 के बुढ़ेपा आवे, 17 का मत ही। ਪਰ ਗੁਰਮੁਖ ਨਹੀਂ ਹੈਗੇ ਉਹਦੇ ਚ। ਗੁਰਮੁਖ ਤਾਂ ਜਿਹੜੇ ਨੇ ਉਹਨਾਂ ਨੂੰ ਤਾਂ ਉਸ ਸਟੇਜ ਤੇ ਜਾ ਕੇ ਕੋਈ ਬਿਮਾਰੀ ਨਹੀਂ। ਉਹ ਵੱਖਰੀ ਗੱਲ ਹੈ ਵੀ ਇਹ ਤਰਸ ਕਰਕੇ ਕਿਸੇ ਦੀ ਬਿਮਾਰੀ ਨੂੰ ਲੈ ਲੈਣ ਆਪਦੇ ਤੇ ਵੀ, ਚੱਲ ਯਾਰ ਤੇਰਾ ਭਲਾ ਕਰਨਾ, ਕੋਈ ਨਹੀਂ ਮੈਂ ਸਹਾਰ ਲੂੰਗਾ, ਤੇ ਇੱਥੋਂ ਨਹੀਂ ਸਾਰੀ ਜਾਣੀ। ਇਹ ਲੈ ਲੈਂਦੇ ਨੇ, ਇਹ ਆਦਤ ਹੀ ਹੁੰਦੀ ਆ। ਪਰਉਪਕਾਰ ਉਮਾਹਾ, ਹੀਰ ਬ੍ਰਹਮ ਗਿਆਨੀ ਨੂੰ ਪਰਉਪਕਾਰ ਉਮਾਹਾ। ਨੌਵੇਂ ਪਾਤਸ਼ਾਹ ਨੂੰ ਦੇਖੋ ਪਰਉਪਕਾਰ ਆ ਗਏ, ਚਲੋ ਇਹਨਾਂ ਦੀ ਬਚਾਓ ਬਈ ਹਿੰਦੂਆਂ ਦੇ ਜੰਨੂ, ਚਲੋ ਜੀ ਸ਼ਹੀਦੀ ਦਿੰਦੇ। ਪਰਉਪਕਾਰ ਕੀਤਾ ਹੈ, ਬ੍ਰਹਮ ਗਿਆਨੀ ਪਰਉਪਕਾਰ ਕਰਦੇ ਨੇ, ਗੁਰਸਿੱਖ ਪਰਉਪਕਾਰੀ ਹੁੰਦੇ ਨੇ। ਖਾਸ ਕਰ ਆਪਣੀ ਕੌਮ ਤਾਂ ਹੈ ਹੀ ਇਹੀ ਜੀ, ਹੋਰ ਨਹੀਂ ਕੁੱਥੋਂ ਲੱਭਣਾ ਇਹ ਕੌਮ ਤੋਂ ਬਿਨਾਂ। ਇਹ ਤੇ ਜਦੇ ਹੀ ਇੱਕ ਉਹ ਫਲਾਣੇ ਥਾਇਆ ਹੋ ਗਏ, ਚਲੋ ਜੀ ਕਰੋ ਮਾਇਆ ਇਕੱਠੀ ਜੀ। ਇਹ ਸਾਰੀ ਗੱਲ ਭੁਲਾ ਕੇ ਮਰਦੇ ਹੋਏ ਮੂੰਹ 'ਚ ਪਾਣੀ ਪਾਉਣਗੇ ਵੀ ਇਹ ਵਿਚਾਰਾ ਮਰਦਾ। ਅਗਲਾ ਭਾਵੇਂ ਉੱਠ ਕੇ ਛੁਰਾ ਮਾਰਦੇ ਪੇਟ 'ਚ, ਇਹਨਾਂ ਨੇ ਪਾਣੀ ਪਾਉਣਾ। ਭਾਈ ਕਨਈਏ ਨੇ ਪਾਣੀ ਪਾਇਆ ਹਰੇਕ ਦੇ ਮੂੰਹ 'ਚ। ਤਾਈਓ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਅਸੀਂ ਮਸਾਂ ਉਹਨੂੰ ਸਿਰਦੇ ਆਂ, ਅਗਲੇ ਨੂੰ ਇਹ ਪਾਣੀ ਪਾਉਣ ਦਾ ਮੂੰਹ 'ਚ। ਮਹਾਰਾਜ ਕਹਿੰਦਾ ਮੱਲਮ ਵੀ ਲਾਇਆ ਕਰ, ਕਹਿੰਦੇ ਇਹਨੂੰ ਦਿਖਦਾ ਹੀ ਮੈਂ ਆ। ਤਾਂ ਇਹ ਜਿਹੜਾ ਸਰੀਰ ਹੈ, ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ। ਇਤਨਕ ਲੱਗਾ ਠਨਕਾ, ਜਦੋਂ ਜੋਤ ਬਸ ਐਂ ਗੱਡਣੀਆਂ ਨਾਲ ਹੀ ਖਤਮ, ਉਸੇ ਟਾਈਮ ਸਮਾਪਤੀ ਹੋ ਜਾਂਦੀ ਜੀਵ ਦੀ। ਜਦੋਂ ਤੱਕ ਜੋਤ ਵਿੱਚ ਵਰਤਦੀ ਹੈ ਉਦੋਂ ਤੱਕ ਲਾਹਾ ਲੈ ਲਓ, ਲਾਹਾ ਲੈ ਲਓ। ਇਹਾਂ ਖਾਟ ਚਲੋ ਹਰ ਲਾਹਾ ਲੈ ਲਓ। ਉਦੋਂ ਤੱਕ ਜਿੰਨਾ ਮਰਜੀ ਵਾਹਿਗੁਰੂ ਕੋ ਤੁਹਾਨੂੰ ਕੋ ਰੋਕਦਾ, ਜਿੰਨਾ ਮਰਜੀ ਮੂਲ ਮੰਤਰ ਪੜ੍ਹ, ਜਿੰਨਾ ਮਰਜੀ ਪਾਠ ਕਰੀ ਜਾਓ, ਪੈਸੇ ਘੱਟ ਕਮਾ ਲਓ। ਕਿੰਨੇ ਇਕੱਠੇ ਕਰੋਗੇ, ਇਹ ਤਾਂ ਇੱਕ ਝਟਕਾ ਵੱਜਣਾ ਸਾਰਾ ਹੀ ਉੱਡ ਜਾਣਾ ਸਭ ਕੁਝ।
ਇਹ ਮੈਂ ਹੁਣ ਕਹਿਣਾ ਬੰਦ ਕਰਤਾ, ਉਹ ਪਹਿਲਾਂ ਹੀ ਬੋੜਾ ਕਹਿ ਹੋ ਗਿਆ ਮੇਰੇ ਕੋਲੋਂ। ਇਹ ਤੇ ਫਿਰ ਜਦੋਂ ਰੁੜਨ ਦਾ ਦਿਖਣਾ ਵੀ ਨਹੀਂ ਕੁਝ, ਫਿਰ ਉਹਦਾ ਆਪਾਂ ਨੂੰ ਐ ਆ ਵੀ ਆਪਾਂ ਉਹਦਾ ਫਾਇਦਾ ਕੀ ਕਰਾਂਗੇ ਜੇ ਆਪਾਂ ਮਿਹਨਤ ਵੀ ਕੀਤੀ ਨੇ, ਡਬਲ ਡਿਊਟੀਆਂ ਵੀ ਲੋਕ ਕਰ ਰਹੇ ਨੇ। ਕਈ ਉਦਾਂ ਹੀ ਜੋੜੀ ਜਾਂਦੇ ਨੇ। ਇਹ ਮਿਹਨਤ ਇੰਨੀ ਨਾ ਕਰੋ, ਜਿੰਨੀ ਲੋੜ ਆ ਓਨੀ ਕਰ ਲਓ, ਇਹ ਵੀ ਨਹੀਂ ਰੋਕਦੇ, ਪਰ ਨਾਮ ਦੇ ਉੱਤੇ ਮਿਹਨਤ ਜ਼ਿਆਦਾ ਕਰੋ, ਕਿਉਂਕਿ ਉਹਨੂੰ ਜੋੜ ਕੇ ਰੱਖੋ। ਨਾਮ ਧਨ ਨੇ ਆਪਣੇ ਕੰਮ ਆਉਣਾ ਹੈ। ਜਿਹਨੇ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਗ ਆਏ ਰਾਮ ਰਾਜੇ। ਹੁਣ ਵੱਤਾ ਹਰ ਨਾਮ ਨਾ ਬੀਜੇ, ਅੱਗੇ ਭੁੱਖਾ ਕਿਆ ਖਾਏ। ਮਨਮੁਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾਏ। ਇਹ ਪਰਮੇਸ਼ਰ ਨੂੰ ਪਾਉਂਦਾ ਕਿ ਮਨਮੁਖਾਂ ਨੂੰ ਦੁਬਾਰਾ ਉਹ ਕਾਂ ਚਿੜੀਆਂ ਫੇਰ ਬਣਾਉਂਦਾ। ਮਹਾਰਾਜ ਮਨਮੁਖਾਂ ਨੂੰ ਫੇਰ ਜਨਮ ਦਿੰਦੇ ਨੇ, ਗੁਰਮੁਖਾਂ ਨੂੰ ਤਾਰ ਦਿੰਦੇ ਨੇ। ਸਰੀਰ ਦੇ ਅੰਦਰ ਹੀ ਸਾਰਾ ਕੁਝ ਹੈ। ਸਰੀਰ ਦੇ ਅੰਦਰ ਵਾਹਿਗੁਰੂ ਨੇ ਆਪ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲ ਹੈ ਸੋ ਭਰਮ ਭੁਲਾਹੀ। ਮਹਾਰਾਜ ਕਹਿੰਦੇ ਸਾਡੇ ਅੰਦਰ ਹੀ ਹੈ। ਇਸ ਦੇਹੀ ਅੰਦਰ ਪੰਜ ਚੋਰ ਵਸਿਆ ਵੀ ਹੈਗੇ ਆ। ਇਸ ਦੇਹੀ ਦੇ ਅੰਦਰ ਅੰਮ੍ਰਿਤ ਵੀ ਹੈਗਾ। ਇਸ ਦੇਹੀ ਦੇ ਅੰਦਰ ਸਾਰਾ ਕੁਝ ਹੀ ਹੈ। ਕਿਉਂਕਿ ਜੇ ਤੁਸੀਂ ਆਪ ਅਭਿਆਸ ਕਰੋ, ਉਸ ਚੀਜ਼ ਨੂੰ ਖੋਲੋ, ਅੰਦਰੋਂ ਖੋਲਦੇ ਦੇਖੋ ਤਾਂ ਕੀ ਕੁਛ ਹੈ, ਬੇਅੰਤ ਹੀ ਹੈ। ਜਿਵੇਂ ਅੱਜ ਦੀ ਉਦਾਹਰਨ ਆਪਣੀ ਇੰਟਰਨੈਟ ਦੀ, ਜੇ ਆਮ ਸਿਸਟਮ ਹੋਵੇ ਤਾਂ ਕੰਪਿਊਟਰ ਉਹ ਖਾਸ ਗੱਲ ਨਹੀਂ। ਭਾਈ ਇੰਟਰਨੈਟ ਤੇ ਤਾਂ ਇੰਨਾ ਕੁਛ ਹੈ ਕੋਈ ਹਿਸਾਬ ਹੀ ਨਹੀਂ ਹੈ। ਪਰ ਅੰਦਰ ਆਪਣੇ ਇੰਨਾ ਕੁਛ ਹੈ ਕਿ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਅੰਦਰ ਹੀ ਵਸਦਾ ਆਪਣੇ। ਜਦੋਂ ਤੱਕ ਜੋਤ ਵਰਤ ਰਹੀ ਆ ਉਦੋਂ ਤੱਕ ਮਿਹਨਤ ਕਰਕੇ ਜੋਤ ਨੂੰ ਅੰਦਰੋਂ ਪ੍ਰਗਟ ਕਰਨਾ ਹੈ। ਜੋਤ ਨੂੰ ਪ੍ਰਗਟ ਕਰਕੇ ਫਿਰ ਆਪਾਂ ਸਾਰੇ ਬ੍ਰਹਿਮੰਡਾਂ ਵਿੱਚ, ਤਾਰਿਆਂ ਵਿੱਚ, ਚੰਦਰਮਾ ਵਿੱਚ, ਸੂਰਜ ਵਿੱਚ, ਹਰੇਕ ਜਗ੍ਹਾ, ਹਰੇਕ ਸਰੀਰ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਕਾਸ਼ ਦੇਖ ਸਕਦੇ ਹਾਂ। ਕਈਆਂ ਦਿਖਦਾ ਫਿਰ ਆ ਕੇ ਬੜੇ ਖੁਸ਼ ਹੁੰਦੇ ਆ, ਮੈਨੂੰ ਦਿਖਦਾ ਹੁਣ। ਮੈਂ ਕਿਹਾ ਪਹਿਲਾਂ ਯਕੀਨ ਜਿਹਾ ਨਹੀਂ ਸੀ ਆਉਂਦਾ ਸਾਨੂੰ ਵੀ ਉਦਾਂ ਹੀ ਪਤਾ ਗੱਲਾਂ ਬਣਾਈਆਂ ਹੋਣ। ਝੂਠ ਤਾਂ ਨਹੀਂ ਹੈ। ਤੁਸੀਂ ਕਦੇ ਸੱਚ ਕਿਹਾ ਵੀ ਨਾ ਹੋਣਾ ਮਹਾਰਾਜ ਨੂੰ, ਕਿਉਂਕਿ ਆਪਣੇ ਹੋਰ ਹੀ ਪ੍ਰੋਬਲਮਾਂ ਨਹੀਂ ਮੁੱਕਦੀਆਂ। ਮਹਾਰਾਜ ਆਹ ਦੇ ਦਿਓ, 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 ਰੋਜ਼ ਮੰਗੀ ਆਹ ਦੇ ਦਿਓ, ਆਹ ਦੇ ਦਿਓ, ਆਹ ਦੇ ਦਿਓ। ਉਹ ਮਹਾਰਾਜ ਜੀ ਤਾਂ ਸਾਨੂੰ ਭੁੱਲ ਗਿਆ ਵੀ ਅਸੀਂ ਤੁਹਾਡੀ ਜੋਤ ਵੀ ਦੇਖਣੀ ਹੈ। ਸਤਿਗੁਰੂ ਮਹਾਰਾਜ ਨੂੰ ਕਹੋ, ਮਹਾਰਾਜ ਜੀ ਸਾਨੂੰ ਆਪਣੀ ਜੋਤ ਦਿਖਾਓ। ਇਹ ਵੀ ਚੀਜ਼ਾਂ ਕਈ ਤੁਹਾਡੇ ਤੋਂ ਡਰਦੀਆਂ ਨਹੀਂ ਦਸੀਦੀਆਂ ਵੀ ਕਿਤੇ ਗਾਲੀ ਨਾ ਪੈ ਜਾਣ। ਜਿਵੇਂ ਆਪਣਾ ਆਹ ਸਰੀਰ ਹੈ ਨਾ ਬਾਹਰਲਾ, ਇਹਦੇ ਅੰਦਰ ਜੋਤ ਹੈ। ਜਿਵੇਂ ਇਹ ਜੋਤ, ਇਸੇ ਤਰ੍ਹਾਂ ਇੱਕ ਰੂਪ ਗੁਰਾਂ ਦਾ ਹੈ, ਸ਼ਬਦ ਰੂਪ। ਸਾਹਮਣੇ ਸ਼ਬਦ ਨਜ਼ਰ ਆਉਂਦਾ, ਪਰ ਅੰਦਰ ਜੋਤ ਜਿਹੜੀ ਉਹ ਨਜ਼ਰ ਨਹੀਂ ਆਉਂਦੀ। ਜੇ ਆਪਾਂ ਅਭਿਆਸ ਕਰਕੇ ਪਹਿਲਾਂ ਆਪਣੀ ਜੋਤ ਨੂੰ ਪ੍ਰਗਟ ਕਰੀਏ, ਉਸ ਜੋਤ ਨੂੰ ਕਹਿੰਦੇ ਅਸਲ ਅੱਖਾਂ, ਜਿਹੜੀਆਂ ਮਨ ਤੇ ਬੁੱਧ ਰੂਪੀ ਅੱਖਾਂ ਅੰਦਰ ਨੇ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਦੋਂ ਆਇਆ ਸ਼ਟਰ ਚੱਕੇ ਗਏ ਅੱਖਾਂ ਦੇ ਅੰਦਰਲੇ, ਇਹ ਤਾਂ ਇੱਥੇ ਤੱਕ ਹੀ ਦੇਖਦੀਆਂ ਇੰਨੀਆਂ ਆ, ਪਿੱਛੇ ਇੱਥੇ ਤੱਕ ਬੜਾ ਕੁਛ ਹੈ। ਜਦੋਂ ਉਹ ਸ਼ਟਰ ਚੱਕੇ ਜਾਂਦੇ ਨੇ ਉਦੋਂ ਫਿਰ ਸਤਿਗੁਰੂ ਨਜ਼ਰ ਆਉਂਦੇ ਨੇ ਵੀ ਬੈਠੇ ਸਾਖਿਆਤ ਵੀ ਮਹਾਰਾਜ ਸੱਚੇ ਪਾਤਸ਼ਾਹ ਸੱਚ। ਫਿਰ ਬੰਦੇ ਸ਼ਰਧਾ ਵੀ ਹੁੰਦੀ, ਫਿਰ ਖੁਸ਼ਬੂ ਵੀ ਬੜੀ ਆਉਂਦੀ ਮਹਾਰਾਜ ਚੋਂ, ਫਿਰ ਪ੍ਰਕਾਸ਼ ਵੀ ਦਿਖਦਾ, ਫਿਰ ਅੱਖਰ ਵੀ ਸੋਨੇ ਰੰਗੇ ਦਿਖਣ ਲੱਗ ਜਾਂਦੇ ਨੇ। ਤੁਸੀਂ ਅਭਿਆਸ ਨਹੀਂ ਕੀਤਾ ਤਾਂ ਮੇਰਾ ਕਸੂਰ ਨਹੀਂ ਇਹਦੇ ਚ। ਤੁਸੀਂ ਅੱਜ ਤੱਕ ਮਹਾਰਾਜ ਤੋਂ ਮੰਗਿਆ ਹੀ ਮਾਇਆ ਪਦਾਰਥ, ਉਹ ਪਤਾ ਨਹੀਂ ਕਿੰਨਾ ਕੁਝ ਮੰਗਿਆ। ਪਰ ਜੇ ਜਿਨ੍ਹਾਂ ਨੇ ਮੰਗਿਆ ਹੈ ਕਿ ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਨੂੰ ਵੀ ਦਰਸ਼ਨ ਦਿਓ, ਬਖਸ਼ਿਸ਼ ਕਰੋ, ਤਾਂ ਸਤਿਗੁਰੂ ਅੱਗੇ ਬੇਨਤੀਆਂ ਕਰਦਿਆਂ ਕਿਉਂਕਿ ਮੇਰੀ ਜ਼ਿੰਦਗੀ ਅਭਿਆਸੀਆਂ ਵਿੱਚ ਲੰਘੀ ਜ਼ਿਆਦਾ। ਮਹਾਂਪੁਰਖਾਂ ਨਾਲ ਜਦੋਂ ਅਭਿਆਸ ਕਰਦੇ ਸੀ, ਇਹਨੇ ਇੱਕ ਵਾਰ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮੈਨੂੰ ਚਮਕੌਰ ਸਾਹਿਬ ਕਿਹਾ, ਜਰਨੈਲ ਸਿੰਘ ਚਮਕੌਰ ਸਾਹਿਬ ਜਾਇਆ ਅੱਜ ਲੱਗ ਗਈ ਸੀ ਉੱਥੇ, ਚੈੜੀਆਂ ਪਿੰਡ ਪੈਂਦਾ, ਉੱਥੋਂ ਕਹਿੰਦਾ ਤੁਰ ਕੇ ਚਲੇ ਗਿਆ। ਕਹਿੰਦੇ ਬਾਹਰ ਟਿੱਬੇ ਨਾ, ਉੱਥੇ ਬਹਿ ਗਏ, ਪਹਿਲਾਂ ਟਿੱਬੇ ਹੁੰਦੇ ਸੀ ਬਾਹਰ। ਕਹਿੰਦੇ ਰਾਤ ਨੂੰ ਬੈਠਾ ਸਾਰੀ ਰਾਤ ਪਾਠ ਕਰੀ ਜਾਈ। ਕਹਿੰਦੇ ਮੈਂ ਰਾਤ ਨੂੰ ਸਾਰੀ ਰਾਤ ਬੈਠਾ ਪਾਠ ਕਰੀ ਗਿਆ। 12 ਜਦੋਂ ਵੱਜੇ, 12:15, ਫਿਰ ਲੰਬੀਆਂ 2 ਜੋਤਾਂ ਨਿਕਲੀਆਂ ਉੱਥੋਂ ਗੁੰਬਜ ਚੋਂ। ਕਹਿੰਦੇ ਉੱਥੋਂ ਫਤਿਹਗੜ੍ਹ ਸਾਹਿਬ ਨੂੰ। ਕਹਿੰਦੇ ਉਹ ਫਤਿਹਗੜ੍ਹ ਸਾਹਿਬ ਵੱਡੇ ਸਾਹਿਬਜ਼ਾਦੇ ਪਰਿਕਰਮਾ ਕਰਕੇ ਆਉਂਦੇ ਰਾਤ ਨੂੰ ਪਹਿਲਾਂ, ਫਿਰ ਉਧਰੋਂ ਛੋਟੇ ਆਏ। ਕਹਿੰਦੇ ਫਿਰ ਛੋਟੇ ਸਾਹਿਬਜ਼ਾਦੇ ਜੋਤਾਂ ਦਰਸ਼ਨ ਹੋਏ
ਫਿਰ ਉਹਨਾਂ ਨੇ ਗੁੰਬਈ ਦੀਆਂ ਪਰਿਕਰਮਾ ਕਰਕੇ ਉਹ ਚਲੇ, 4 ਜੋਤਾਂ ਇਕੱਠੀਆਂ ਦੇਖੀਆਂ। ਕਹਿੰਦੇ ਮੈਨੂੰ ਉਹਨਾਂ ਨੇ ਤਾਂ ਭੇਜਿਆ ਸੀ, ਜਰਨੈਲ ਸਿੰਘ ਸਾਹਿਬਜ਼ਾਦੇ ਆਉਣਗੇ ਧਿਆਨ ਰੱਖੀ, ਨਮਸਕਾਰ ਕਰੀ ਭਾਈ, ਫਤਿਹ ਬੁਲਾਈ। ਤੇ ਇਸ ਕਰਕੇ ਹੁਣ ਵੀ ਦਰਸ਼ਨ ਹੁੰਦੇ ਨੇ। ਸਾਹਿਬਜ਼ਾਦੇ ਕਿਤੇ ਗਏ, ਪਰ ਜਦੋਂ ਕਮਾਈ ਨਾ ਹੋਵੇ ਤਾਂ ਉਹ ਕਿੱਥੇ ਦਿਖਣੇ ਆ। ਮਿਹਨਤ ਕਰੋ, ਅਭਿਆਸ ਕਰੋ, ਬੰਦਗੀ ਕਰੋ। ਸਾਨੂੰ ਬਿਠਾਉਂਦੇ ਹੁੰਦੇ ਸੀ ਰਾਤ ਨੂੰ, ਸਾਨੂੰ ਚਲੋ ਹਨੇ ਡਿਊਟੀ ਲੱਗਣੀ ਸੀ ਕਥਾ ਦੀ, ਤਾਂ ਨਹੀਂ ਸ਼ਟਰ ਜਿਹਾ ਖੋਲਦੇ ਸਾਡਾ। ਅੱਜ ਫਤਿਹਗੜ੍ਹ ਸਾਹਿਬ ਜਾਣਾ, ਜੋਤੀ ਸਰੂਪ ਸਾਰੀ ਰਾਤ ਬੈਠੇ ਰਹਿਣਾ ਵੀ ਹੁਣ ਵੀ ਆਉਣਗੇ, ਹੁਣ ਵੀ ਆਉਣਗੇ। ਪਰ ਉਹ ਕਈਆਂ ਨੂੰ ਦਰਸ਼ਨ ਹੋਏ, ਕਈਆਂ ਨਹੀਂ ਹੋਏ ਵਿੱਚੋਂ। ਫਿਰ ਮਾਤਾ ਸਾਹਿਬ ਕੌਰ ਦੇ ਸਥਾਨ ਤੇ ਹਜੂਰ ਸਾਹਿਬ ਸਾਰੀ ਰਾਤ ਬੈਠੇ ਰਹੋ। ਉੱਥੇ ਜਾ ਕੇ ਸੌਣਾ ਕਾਹਨੂੰ ਹਜੂਰ ਸਾਹਿਬ, ਸੌਂ ਘਰੇ ਆ ਕੇ ਲਿਓ। ਮੈਂ ਇੱਥੇ ਜੇ ਕਹਾ ਨਾ ਸੰਗਤ ਨੂੰ 1 2 3 ਵਜੇ, ਕਈ ਦੇਸ਼ਾਂ ਤਾਂ ਸਾਨੂੰ 5 ਸਵੇਰ ਦੇ ਵੱਜ ਜਾਂਦੇ ਹੁੰਦੇ, ਤੋਰੀ ਫਿਰਨਗੇ ਇੱਥੇ ਜਾਣਾ। ਮੈਂ ਕਿਹਾ ਨੀਂਦ ਆਈ, ਸੌਂ ਲੈਣਾ ਦੋ। ਨਹੀਂ, ਇੰਡੀਆ ਜਾ ਕੇ ਸੌਇਓ, ਮੈਂ ਇੱਥੇ ਨਹੀਂ ਸੌਣ ਦੇਣਾ। ਇੱਕ ਬੰਦਾ ਕਹਿੰਦਾ ਨਾ ਤਾਂ ਨਿਊਯਾਰਕ ਸੌਂਦਾ ਨਾ ਸੌਣ ਦਿੰਦਾ, ਇਹ ਸ਼ਹਿਰ ਇਹੋ ਜਿਹੇ ਹੀ ਕਹਿੰਦੇ। ਮੈਂ ਕਿਹਾ ਸ਼ਾਬਾਸ਼ ਮਾਂ ਦੇ ਪੁੱਤੋ, ਮੈਨੂੰ ਖਿੱਚੀ ਫਿਰੋਗੇ। ਇਹ ਮੈਂ ਤੁਹਾਨੂੰ ਬੇਨਤੀ ਕਰਾਂ ਵੀ ਮੈਂ ਤਾਂ ਇੰਡੀਆ ਜਾ ਕੇ ਸੌਣਾ, ਤੁਸੀਂ ਉੱਥੇ ਜਾ ਕੇ ਨਹੀਂ ਸੌਣਾ। ਤੁਸੀਂ ਹਜੂਰ ਸਾਹਿਬ ਜਾਓ ਤਾਂ ਤਖਤ ਸਾਹਿਬ ਤੇ ਰਾਤ ਨੂੰ ਸਾਰੀ ਸੰਗਤ ਚਲੀ ਜਾਓ, ਉੱਥੇ ਬਹਿ ਕੇ ਪਾਠ ਕਰੀ ਜਾਇਆ ਕਰੋ। ਮਾਤਾ ਸਾਹਿਬ ਕੌਰ ਦੇ ਸਥਾਨ ਤੇ ਰਾਤ ਨੂੰ ਬੈਠੇ ਸਾਰੀ ਰਾਤ ਪਾਠ ਕਰੋ, ਵਾਹਿਗੁਰੂ ਮੰਤਰ, ਮੂਲ ਮੰਤਰ ਇਕਾਂਤ ਵਿੱਚ ਬੈਠੇ ਸਿਮਰਨ ਕਰੀ ਜਾਓ। ਬਸ ਜੇ ਉੱਥੇ ਜਾ ਕੇ ਲਾਹਾ ਨਾ ਲੈ ਤਾਂ ਕਿੱਥੇ ਲੈਣਾ ਲਾਹਾ। ਇਸ ਕਰਕੇ ਇਹ ਦੇਹੀ ਦੇ ਭਲੇ ਲਈ ਵਾਹਿਗੁਰੂ ਮੰਤਰ ਮਹਾਰਾਜ ਨੇ ਆਪਾਂ ਨੂੰ ਉਚਾਰਨ ਕਰਕੇ ਬਖਸ਼ਿਸ਼ ਕੀਤਾ। ਇਹ ਦੇਹੀ ਦੇ ਅੰਦਰ ਬੜੀ ਗੰਦਗੀ ਵੀ ਹੈ, ਜਿਵੇਂ ਹੀਰਿਆਂ ਦੀ ਖਾਣ ਵਿੱਚ ਕੋਲਾ ਵੀ ਹੁੰਦਾ, ਉਹਦੀ ਸਫਾਈ ਕਰਨੀ ਪੈਂਦੀ। ਸਮੁੰਦਰ ਦੇ ਵਿੱਚ ਚੇਤੇ ਰਤਨ ਸਮੁੰਦ, ਮਹਾਰਾਜ ਉਹ ਕਹਿੰਦੇ 14 ਰਤਨ ਕੱਢੇ, ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੇ ਰਤਨ ਨੇ ਸਮੁੰਦਰ ਵਿੱਚ, ਮੈਂ ਇਹਨਾਂ ਨੂੰ 14 ਕੀ ਦਿੱਤੇ ਨੇ, ਬਾਕੀ ਤਾਂ ਫਿਰ ਉਹਨਾਂ ਦੀ ਮਰਜ਼ੀ ਹੈ, ਜਿਹਨੂੰ ਮਰਜ਼ੀ ਦੇਣ। ਕਿਉਂ ਸਤਿਗੁਰੂ ਮਹਾਰਾਜ ਕਹਿੰਦੇ ਇਸ ਸਰੀਰ ਦੇ ਅੰਦਰ ਹੀ ਸਾਰਾ ਕੁਝ ਹੈ। ਦਿਲ ਮਹਿ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ, ਅੰਦਰ ਹੀ ਖੋਜਦੇ ਜਾਓ, ਖੋਜਦੇ ਜਾਓ। ਅਸਲ ਵਿੱਚ ਮੈਂ ਫਿਰ ਜਿਹੜੀ ਹੈ ਨਾ ਕੰਟਰੋਵਰਸੀ ਜੀ, ਇਹਨਾਂ ਚੀਜ਼ਾਂ ਤਾਂ ਨਹੀਂ ਪੈਂਦਾ, ਮੈਨੂੰ ਤੇ ਸਿਰਫ ਇਕਾਗਰਤਾ ਦੀ ਲੋੜ ਹੁੰਦੀ। ਬਸ ਰੌਲੇ ਰੱਪੇ ਤੋਂ ਥੋੜਾ ਮੈਂ ਚੱਲਦਾ। ਮੈਂ ਵੀ ਆਇਰ ਕੀ ਬਹੁਤ ਧੂਪੜੀ, ਇਸ ਕਰਕੇ ਇਹਨਾਂ ਨੇ ਬੁਲਾਇਆ ਮੈਨੂੰ ਇੱਥੇ, ਮੈਂ ਨਹੀਂ ਸੀ ਆਉਂਦਾ। ਮੈਂ ਹੁਣ ਛੱਡ ਚੁੱਕਿਆ ਅਸਲ 'ਚ ਸਾਰਾ ਕੁਝ। ਕਿਉਂ ਹੁਣ ਜਿੰਨਾ ਰੌਲਾ ਵੱਧ ਗਿਆ ਪੰਥ ਵਿੱਚ, ਇਹ ਰੱਬ ਹੀ ਰਾਖਾ ਇਹਦਾ। ਹੁਣ ਤਾਂ ਆਖਿਰ ਚੁੱਪ ਕਰਕੇ ਅੰਦਰ ਹੀ ਬਹਿ ਜਾਓ, ਮਾਲਾ ਫੜੀ ਮਾਰਨ। ਮੈਂ ਸੱਚੀ ਗੱਲ, ਠੀਕ ਆ, ਗੁਰੂ ਸਾਹਿਬ ਆਪਣੀ ਥਾਂ ਪਰ ਪਿਓ ਸਮਝ ਕੇ ਲੜ ਪਈਦਾ। ਮਹਾਰਾਜ ਮੈਥੋਂ ਨਹੀਂ ਹੁੰਦਾ, ਹੁਣ ਮੈਂ ਨਹੀਂ ਕਰ ਸਕਦਾ, ਹੁਣ ਮੇਰੇ ਹੱਥ ਖੜੇ ਆ, ਜਾਂ ਤਾਂ ਤੁਸੀਂ ਕੁਝ ਕਰੋ। ਹੁਣ ਤੁਸੀਂ ਕਹਿੰਦੇ ਮੈਂ ਕਰਾਮਾਤ ਨਹੀਂ ਦਿਖਾਉਣੀ ਹੈ, ਮਹਾਰਾਜ ਕਹਿੰਦੇ ਇਕੱਠਾ ਹੀ ਕਰੂੰ ਸਾਰਾ ਹਿਸਾਬ ਕਿਤਾਬ। ਮੈਂ ਰੋਜ਼ ਇਕੱਲੇ ਇਕੱਲੇ ਨੂੰ ਨਹੀਂ ਮਾਰਦਾ, ਰਗੜਾ ਇੱਕੋ ਹੀ ਲੱਗੂਗਾ, ਸਾਰੀ ਸਮਾਪਤੀ ਕਰ ਦੂੰਗਾ, ਨਵੀਂ ਸਾਜ ਦਿਆਂਗੇ ਸ੍ਰਿਸ਼ਟੀ। ਤੇ ਇਸ ਕਰਕੇ ਇਹ ਜਿੰਨੀ ਨਾਸਤਿਕਤਾ ਵੱਧਦੀ ਜਾਂਦੀ ਦੁਨੀਆ ਦੇ ਅੰਦਰ, ਜਿੰਨੀ ਨਾਸਤਿਕਤਾ ਵੱਧਦੀ ਜਾਂਦੀ ਹੈ, ਇਹ ਨਹੀਂ ਕਿ ਰੱਬ ਦੇ ਪਿਆਰੇ ਬੈਠੇ ਨਹੀਂ, ਬਹੁਤ ਗੁਪਤ ਬੈਠੇ ਨੇ, ਚੁੱਪ ਕਰਕੇ ਬੈਠੇ ਨੇ। ਉਹ ਕਹਿੰਦੇ ਇਹਨਾਂ ਨਾਲ ਤਾਂ ਮੂਰਖਾਂ ਨਾਲ ਨਾ ਲੁੱਝੀਏ, ਮੂਰਖਾਂ ਨਾਲ ਨਾ ਲੁੱਝਿਓ ਜਾ ਕੇ, ਕਿਉਂਕਿ ਪਾਣੀ 'ਚ ਮਧਾਣੀ ਪਾ ਕੇ ਜੇ 100 ਸਾਲ ਵੀ ਰਿੜਕੀ ਨਾ, ਮੱਖਣ ਨਹੀਂ ਆਉਣਾ ਉਹਦੇ ਚੋਂ। ਚੁੱਪ ਕਰਕੇ ਆਪਣੀ ਬੰਦਗੀ ਕਰੀ ਚੱਲੀਏ, ਬਸ ਨਾਮ ਜਪੀ ਚੱਲੀਏ। ਤੁਹਾਡੇ ਪਿਆਰ ਦਾ ਸਦਕਾ ਹੀ ਤੁਹਾਡੇ ਦਰਸ਼ਨ ਕਰਨ ਆਏ, ਔਰ ਸੰਗਤ ਨੇ ਪਿਆਰ ਦਿੱਤਾ ਵੀ ਇੱਥੇ ਬਹੁਤ ਜ਼ਿਆਦਾ। ਕਹਿੰਦੇ 5 ਸਾਲ ਹੋ ਗਏ ਉਡੀਕਦਿਆਂ ਨੂੰ, ਮਸਾਂ ਕਿਤੇ ਮਿਲੇ ਹੋ। ਮੈਂ ਵੀ ਬਸ ਮੇਰੇ ਅੰਦਰ ਵੀ ਤੁਹਾਡੇ ਪ੍ਰਤੀ, ਜਦ ਤੁਸੀਂ ਖੁਸ਼ ਹੋ ਤਾਂ ਮਹਾਰਾਜ ਵੀ ਖੁਸ਼ ਨੇ। ਮਹਾਰਾਜ ਸੱਚੇ ਪਾਤਸ਼ਾਹ ਖੁਸ਼ੀਆਂ ਬਖਸ਼ ਦਿਓ ਆਪਾਂ ਨੂੰ। ਇਸ ਕਰਕੇ ਆਪਣਾ ਧਿਆਨ ਜ਼ਿਆਦਾ, ਜੇ ਆਪਾਂ ਖੱਬੇ ਸੱਜੇ ਦੇਖਾਂਗੇ, ਖੱਬੇ ਸੱਜੇ ਤਾਂ ਬਹੁਤ ਕੁਝ ਹੁੰਦਾ ਹੈ। ਆਪਣਾ ਇੱਕ ਨਿਸ਼ਾਨਾ ਹੋਣਾ ਚਾਹੀਦਾ ਕਿ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ। ਬਸ ਆਪਣੀ ਆਤਮਾ ਦੇ ਦਰਸ਼ਨ ਕਿਵੇਂ ਕਰੀਏ ਆਪਾਂ, ਉੱਥੇ ਜਾ ਕੇ ਫਿਰ ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣਿਆ। ਬਾਬਾ ਜਰਨੈਲ ਸਿੰਘ ਜੀ ਖਾਲਸੇ ਦੀ ਅਵਸਥਾ ਇਹ ਸੀ। ਵੈਸੇ ਇਹ ਜੇ ਲੱਗ ਜੇ ਡਿਊਟੀ ਮਹਾਰਾਜ ਵੱਲੋਂ ਹੁਕਮ ਹੋ ਜਾਏ ਨਾ, ਫਿਰ ਉਹ ਕਰਨਾ ਪੈਂਦਾ, ਇਹ ਚੱਕਰ ਹੁੰਦਾ ਵਿੱਚ। ਨਹੀਂ ਤਾਂ ਅਵਸਥਾ ਸਾਰਿਆਂ ਦੀ ਇੰਨੀ ਹੁੰਦੀ ਆ,
10ਵੇਂ ਪਾਤਸ਼ਾਹ ਕਹਿੰਦੇ ਦਵੈਤ ਏਕ ਰੂਪ ਹੋਇਆ ਕਰੋ। ਜਦੋਂ ਬਿਠਾਇਆ ਲਾਗੇ ਪਹਿਲਾਂ ਹੌਲੀ ਹੌਲੀ ਪੜੋਸਿਆ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰਬੇ ਕੋ ਸਾਜਾ। ਜਾਇਆ ਉਹ ਨਹੀਂ, ਮੈਂ ਨਹੀਂ ਜਾਂਦਾ। ਮਸਾਂ ਤੇ ਸੱਚਖੰਡ ਆਇਆ, ਤੁਹਾਡੇ ਚ ਲੀਨ ਹੋਇਆ, ਮੇਰਾ ਜੀ ਨਹੀਂ ਕਰਦਾ। ਚੁਭੀ ਰਹੀ ਸੁਰਤ ਚਾ ਪ੍ਰਭ ਚਰਨਨ ਮੈਂ, ਚਿੱਤ ਨਾ ਪਇਓ ਹਮਰੋ ਆਪ ਰਹੇ। तो अजर एक बंदा भी सचखंड जे चले गया, वापस आके दिखाए मैंने, उत्तों दुनिया ऐ लगदी जिवें गंदगी दा ढेर हुंदा। अवस्था बन जे ना जे बंदे दी, हुण साडे वर्गिਆਂ ਦੀ अवस्था महाराज ताईं नहीं बनाउंदे। उन्हां नूं पता जिद्दण अवस्था बन गई ਇਹ उदण ही सब कुछ छड्ड के पता नहीं कित्थे लोक के बह जाए। ਜਦੋਂ ਅਵਸਥਾ ਬਣ ਜਾਂਦੀ ਹੈ ਉਦੋਂ ਬੰਦਾ ਦੁਨੀਆ ਨੂੰ ਕੂੜਾ ਕਰਕਟੀ ਸਮਝਦਾ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਨਹਾਰ, ਸਾਰਾ ਕੁਝ ਕੂੜ ਹੀ ਕੂੜ ਹੈ। ਸੰਸਾਰ ਦੇ ਅੰਦਰੋਂ ਕੂੜਾ ਹੀ ਨਜ਼ਰ ਆਉਂਦਾ ਸਾਰਾ। ਕਿਉਂ? ਕਿਉਂਕਿ ਜਦੋਂ ਅੰਦਰ ਆਤਮੇ ਕਿਰਪਾ ਹੋ ਜਾਂਦੀ ਹੈ, ਜੀਵ ਨੂੰ ਠੰਡ ਪੈ ਜਾਂਦੀ, ਸ਼ਾਂਤੀ ਟਿਕਾਓ ਇਕਾਗਰਤਾ ਬਣ ਜਾਂਦੀ, ਸੱਚਖੰਡ ਚਲਿਆ ਜਾਂਦਾ ਜਦੋਂ ਜੀਵ ਫੇਰ ਨਹੀਂ ਆਉਂਦਾ। ਬਹੁਤ ਮਹਾਰਾਜ ਕਹਿ ਕਿਉਂ ਜਿਹੜਾ ਸੱਚਖੰਡ ਚਲੇ ਗਿਆ ਉਹ ਮਾਮੂਲੀ ਗੱਲ ਤਾਂ ਹੈ ਨਹੀਂ ਸੱਚਖੰਡ ਜਾਣਾ। ਜਦ ਉੱਥੋਂ ਕਿਸੇ ਮਹਾਤਮਾ ਨੂੰ ਭੇਜਦੇ ਨੇ, ਜਾਂ ਭਾਈ ਤੂੰ ਜਾਇਆ ਪ੍ਰਚਾਰ ਕਰਿਆ ਸਿੱਖੀ ਦਾ, ਮਸਾਂ ਤੋਂ ਬੰਨਾ ਮਹਾਰਾਜ ਹੁਣ ਮਾਇਆ ਤਾਂ ਭੇਜੋ, ਹੁਣ ਮਾਇਆ 'ਚ ਨਹੀਂ ਜਾਣਾ। 10ਵੇਂ ਪਾਤਸ਼ਾਹ ਮਹਾਰਾਜ ਨੇ ਅਕਾਲ ਪੁਰਖ ਜੀ ਨੂੰ ਬੇਨਤੀ ਕੀਤੀ, ਪਿਤਾ ਜੀ ਹੁਣ ਕਿਰਪਾ ਕਰੋ। ਨਿਰਗੁਣ ਤੇ ਸਰਗੁਣ ਮਾਤਾ ਪਿਤਾ ਰੂਪ ਹੈ। ਨਿਰਗੁਣ ਜਿਹੜਾ ਪਿਤਾ, ਸਰਗੁਣ ਰੂਪ ਪੁੱਤਰ ਰੂਪ ਹੋ ਜਾਂਦਾ, ਕਿਉਂਕਿ ਉਹਦੇ ਵਿੱਚੋਂ ਧਾਰਨ ਕੀਤਾ ਉਹ ਮਾਇਆ ਦੇ ਰਾਹੀਂ। ਇਉਂ ਜਦੋਂ ਸਰਗੁਣ ਸਰੂਪ ਧਾਰਦੇ ਤਾਂ ਕਿਹਾ ਕਿ ਮੋਕੋ ਦਾਸ ਤਵਨ ਕਾ ਜਾਨੋ। ਜਦੋਂ ਹੁਣ ਨੇ ਹੁਣ ਨਹੀਂ, ਹੁਣ ਤਾਂ ਪ੍ਰਮਾਤਮਾ ਆਪ ਹੀ ਹੈ। ਉਸ ਵਕਤ ਮਹਾਰਾਜ ਨੇ ਕਿਹਾ ਮੇਰਾ ਚਿੱਤ ਨਹੀਂ ਕਰਦਾ, ਮੇਰਾ ਜੀ ਨਹੀਂ ਕਰਦਾ ਜਾਣ ਨੂੰ। ਨਿਰੰਕਾਰ ਜੀ ਨੇ ਸ੍ਰਿਸ਼ਟੀ ਦਿਖਾਈ, ਦੇਖੋ ਕਿਵੇਂ ਅੱਗ ਬਲ ਰਹੀ ਹੈ, ਦੇਖੋ ਦੁਨੀਆ ਦਾ ਬੁਰਾ ਹਾਲ ਹੈ, ਤੁਸੀਂ ਜਾਇਓ। ਉਹ ਦੇਖੋ ਨਰੰਗਾ ਕਿੰਨੇ ਜ਼ੁਲਮ ਕਰ ਰਿਹਾ। ਕਹਿੰਦੇ ਜਿਵੇਂ ਸਮੁੰਦਰ ਦੇ ਉੱਤੇ ਜਦੋਂ ਬਹੁਤ ਗਰਮੀ ਪੈਂਦੀ, ਇੱਥੇ ਤਾਂ ਆਪਣਾ ਤਜਰਬਾ ਹੀ, ਬਹੁਤ ਧੁੱਪ ਪੈ ਜੇ ਤਾਂ ਮੀਂਹ ਪੈ ਜਾਂਦਾ ਇੱਥੇ। ਇਹੀ ਚੀਜ਼ ਮਹਾਰਾਜ ਅਕਾਲ ਪੁਰਖ ਜੀ ਕਹਿਣ ਲੱਗੇ, ਹੁਣ ਸ੍ਰਿਸ਼ਟੀ ਤੇ ਬਹੁਤ ਗਰਮੀ ਪੈਂਦੀ, ਸਮੁੰਦਰ ਵਿੱਚੋਂ ਭਾਫ ਬਣ ਕੇ ਉੱਡਦੀ, ਤੇ ਬੱਦਲ ਬਣ ਕੇ ਮੀਂਹ ਪੈ ਕੇ ਠੰਡ ਪਾ ਕੇ ਉਹ ਪਾਣੀ ਫੇਰ ਸਮੁੰਦਰ 'ਚ ਰਲ ਜਾਂਦਾ। ਤੁਸੀਂ ਵੀ ਇਸ ਤਰ੍ਹਾਂ ਹੀ ਕਰਨਾ, ਸ੍ਰਿਸ਼ਟੀ ਤੇ ਜਾਓ, ਜਾ ਕੇ ਪਾਣੀ ਦਾ ਪ੍ਰਵਾਹ ਚਲਾਓ। ਤੁਸੀਂ ਆ ਗਏ ਹੋ, ਪਰ ਦੁਨੀਆ ਜਗਤ ਜਲੰਦਾ ਰੱਖ ਲੈ ਪੁਕਾਰਾਂ ਕਰਦੀ। ਨਾਲੇ ਤੁਸੀਂ ਜਾਣਾ ਹੈ ਤੇ ਜਾ ਕੇ ਅੰਮ੍ਰਿਤ ਛਕਾਉਣਾ ਹੈ। ਆਹ ਵਿਧੀਆਂ ਸਾਰੀਆਂ ਪਲੈਨਿੰਗ ਸਾਰੀ ਮਹਾਰਾਜ ਨੇ ਪਹਿਲਾਂ ਸਮਝਾ ਦਿੱਤੀ, ਨਿਰੰਕਾਰ ਜੀ ਨੇ।